ਪਿਆਸ ਬਹੁਤ ਮਨ ਮੇਰਾ, ਨਾਨਕ ਦਰਸ ਨਿਹਾਲ। ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨਾ, ਗੁਰ ਪੂਰਾ ਪਾਈਐ ਵਡ ਭਾਗੀ। ਦਰਸ਼ਨ ਕਉ ਜਾਈਐ ਕੁਰਬਾਨ, ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਹਰਿ ਦਿਓ ਦਾਤਾ ਅਗਮ ਅਥਾਹ, ਓਸ ਤਿਲ ਨਾ ਤਮਾਏ ਵੇ ਪਰਵਾਹ। ਹਰਿ ਜੀਉ ਦਾਤਾ ਅਗਮ ਅਥਾਹ, ਓਸ ਤਿਲ ਨਾ ਤਮਾਏ ਵੇ ਪਰਵਾਹ। ਤਿਸਨੂੰ ਅਪੜ ਨਾ ਸਕੈ ਕੋਈ, ਆਪੇ ਮੇਲ ਮਿਲਾਏਂਦਾ। ਜੋ ਕਿਛ ਕਰੈ ਸੋ ਨਿਹਚਾ ਹੋਈ, ਤਿਸ ਬਿਨ ਦਾਤਾ ਅਵਰ ਨਾ ਕੋਈ। ਜਿਸਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸ਼ਬਦੀ ਮੇਲਾਏਂਦਾ। 14 ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ। ਨਾਵੇਂ ਕਾ ਵਾਪਾਰੀ ਹੋਵੈ, ਗੁਰ ਸ਼ਬਦੀ ਕੋ ਪਾਏਂਦਾ। ਸਤਿਗੁਰ ਸੇਵੈ ਸਹਿਜ ਅਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਂਦਾ। ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ, ਅਨ ਦਿਨ ਮਾਰੀਐ ਦੁਖ ਸਬਾਇਆ। ਮਥੇ ਕਾਲੇ ਮਹਿਲ ਨ ਪਾਵੈ, ਦੁਖ ਹੀ ਵਿੱਚ ਦੁਖ ਪਾਏਂਦਾ। ਸਤਿਗੁਰ ਸੇਵੈ ਸੇ ਵਡ ਭਾਗੀ, ਸਹਿਜ ਪਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੈ ਸਦ ਹੀ, ਸੱਚਾ ਮੇਲ ਮਿਲਾਏਂਦਾ। ਜਿਸਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਭਰਮ ਚੁਕਾਏ। ਸੱਚ ਸੱਚੇ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏਂਦਾ। ਆਪੇ ਕਰਤਾ ਸਭਨਾ ਕਾ ਸੋਈ,
ਜਿਸਨੂੰ ਆਪ ਬੁਝਾਏ ਬੂਝੈ ਕੋਈ, ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਿਲਾਏਂਦਾ, ਆਪੇ ਕਰਤਾ ਸਭਨਾ ਕਾ ਸੋਈ, ਜਿਸਨੂੰ ਆਪ ਬੁਝਾਏ ਬੂਝੈ ਕੋਈ, ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਿਲਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਪਾਵਨ ਸ਼ਬਦ ਜਿਸ ਦੇ 16 ਬੰਦ ਨੇ, 8 ਬੰਦਾਂ ਦੀ ਵਿਚਾਰ ਆਪ ਜੀ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇਸ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਸਾਹਿਬਾਨ ਆਪ ਜੀ ਨੂੰ ਸਰਵਣ ਕਰਵਾਉਣਗੇ। ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲਯ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ
ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜੋ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਮਾਨ ਸਿੰਘ ਜੀ ਹੋਰਾਂ ਪਾਸੋਂ ਸਰਵਨ ਕੀਤਾ ਹੈ, ਇਹ ਮਾਰੂ ਰਾਗ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 1062 63 ਅੰਗ ਤੇ ਦਰਜ ਹੈ। ਸ਼ਬਦ ਦਾ ਜੋ ਕਾਵ ਸਰੂਪ ਹੈ ਉਹ ਹੈ ਸੋਲਹੇ। ਇਹਦੇ ਪਦਿਆਂ ਤੋਂ ਜਿਨ੍ਹਾਂ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਪਹਿਰੇ ਬੰਦ ਉਚਾਰੇ ਨੇ, ਉਹਨਾਂ ਦੇ ਜੋੜ ਤੋਂ ਸਤਿਗੁਰੂ ਜੀ ਨੇ ਇਸ ਬਾਣੀ ਦਾ ਨਾਮ ਸੋਲਹੇ ਰੱਖਿਆ। ਬੜਾ ਸੋਹਣਾ ਢੰਗ ਸੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਹੋਰਾਂ ਦਾ ਕਿ ਸੋਲਹੇ ਤੇ ਸੋਹਲੇ ਵਿੱਚ ਇੱਕ ਫਰਕ ਹੈ। ਜਿਹੜੇ ਅਸੀਂ ਕਿਸੇ ਦੇ ਸੋਹਲੇ ਗਾਉਣੇ ਕਹਿੰਦੇ ਆ, ਜਾਂ ਜਿਹੜੀ ਸਾਡੀ ਨਿਤਨੇਮ ਦੀ ਬਾਣੀ ਹੈ ਸੋਹਿਲਾ, ਉਹ 3 ਅੱਖਰਾਂ ਦੇ ਵਿਚਕਾਰ ਹਾਹਾ ਹੈ। ਜੇ ਵਿਚਕਾਰ ਹਾਹਾ ਹੈ ਤਾਂ ਇਹਦਾ ਅਰਥ ਹੈ ਸਿਫਤ ਸਲਾਹ, ਖੁਸ਼ੀ ਦਾ ਗੀਤ। ਪਰ ਇੱਥੇ ਵਿਚਕਾਰ ਵਾਲਾ ਸ਼ਬਦ ਲੱਲਾ ਹੈ, ਹਾਹਾ ਨਹੀਂ ਹੈ। ਇਹ ਹੈ ਸੋਲਹੇ, 16। ਬੜੇ ਸਾਰੇ ਸ਼ਬਦ ਐਸੇ ਨੇ ਜਿਹੜੇ ਸਾਡੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਸੁਣੇ ਜਾਂਦੇ ਨੇ, ਬੋਲੇ ਜਾਂਦੇ ਨੇ, ਪੜ੍ਹੇ ਜਾਂਦੇ ਨੇ, ਲਿਖੇ ਜਾਂਦੇ ਨੇ। ਹੁਣ ਵਿਦਵਾਨ ਸੱਜਣਾਂ ਦਾ ਆਪਣਾ ਇੱਕ ਤਰੀਕਾ ਹੈ ਕਿ ਉਹ ਕਿਸੇ ਸ਼ਬਦ ਨੂੰ ਕਹਿ ਦਿੱਤਾ ਕਿ ਬੜਾ ਮਹਿੰਗਾ ਸ਼ਬਦ ਹੈ, ਭਾਵ ਇਹ ਬਾਣੀ ਪੜ੍ਹਨ ਵਿੱਚ ਕਠਿਨ ਹੈ, ਔਖੀ ਹੈ। ਕਿਤੇ ਨਾ ਕਿਤੇ ਜਾ ਕੇ ਉਹ ਗੱਲ ਸਾਡੇ ਦਿਮਾਗ ਦੇ ਵਿੱਚ ਇਦਾਂ ਬੈਠ ਜਾਂਦੀ ਹੈ ਕਿ ਸਾਨੂੰ ਤਾਂ ਕਿਸੇ ਸ਼ਬਦ ਦੇ ਅਰਥ ਆ ਹੀ ਨਹੀਂ ਸਕਦੇ। ਸ਼ਬਦ ਉਹੀ ਨੇ ਜਿਹੜੇ ਤਕਰੀਬਨ ਅਸੀਂ ਰੋਜ਼ ਬੋਲਦੇ ਹਾਂ। ਇਹੀ ਤਾਂ ਸਤਿਗੁਰੂ ਨੇ ਸਾਰਿਆਂ ਤੋਂ ਵੱਡੀ ਸਾਡੇ ਤੇ ਕਿਰਪਾ ਕੀਤੀ ਕਿ ਸਤਿਗੁਰੂ ਜੀ ਨੇ ਜਿਹੜੀ ਬਾਣੀ ਸਾਨੂੰ ਬਖਸ਼ੀ ਹੈ ਉਹ ਉਸ ਤਰ੍ਹਾਂ ਦੀ ਨਹੀਂ ਸੀ। ਜਿਵੇਂ ਇੱਕ ਵੇਲਾ ਸੀ ਕਿ ਸੰਸਕ੍ਰਿਤ ਨੂੰ ਦੇਵ ਭਾਸ਼ਾ ਕਹਿ ਕੇ ਲੋਕ ਭਾਸ਼ਾ ਦੇ ਵਿੱਚੋਂ ਕੱਢ ਦਿੱਤਾ ਗਿਆ। ਪੰਡਤ ਨੇ ਇਹ ਕਹਿ ਕੇ ਵੀ ਇਹ ਤੇ ਦੇਵਤਿਆਂ ਦੀ ਭਾਸ਼ਾ ਹੈ, ਬੋਲੀ ਹੈ, ਤੁਸੀਂ ਸੰਸਾਰੀ ਲੋਕ ਕਿਵੇਂ ਸਿੱਖ ਸਕਦੇ ਹੋ ਭਾਈ, ਤੁਸੀਂ ਇਸ ਨੂੰ ਕਿਵੇਂ ਪੜ੍ਹ ਸਕਦੇ ਹੋ। ਹੋਇਆ ਕਿ ਉਹ ਕੇਵਲ ਉਹਨਾਂ ਤੱਕ ਰਿਜ਼ਰਵ ਰਹਿ ਗਈ ਤੇ ਬੜੀਆਂ ਅਜੀਬ ਫਿਰ ਗੱਲਾਂ ਵੀ ਜੁੜ ਗਈਆਂ।
क्योंकि आम लोग ना बोलते सन, ना पढ़ते सन, ना लिखते सन, ना उन्हां दी समझ विच आउंदी सी। उन्हां दे सामने बैठा बंदा धर्म दे नां ते की पढ़ रहा है वो उन्हां दे सिर तो लंघ जांदा सी। सतगुरु ने किरपा की साडे ते कि सानू साडी बोली विच परमेश्वर दा ज्ञान बख्शिया। क्योंकि धर्म वो है जिहड़ा घर घर तक जाना चाहिए, ज्ञान वो है जिहड़ा हर हिरदे तक पहुंचना चाहिए। ताई किसी नूं लाभ हो सकता है, उदा किसी नूं की लाभ होएगा। सतगुरु पिता महाराज ने साडे ते किरपा की है, साडी बोली विच सानू परमेश्वर दा ज्ञान बख्शिया है। पर एक गल मैं अज जरूर करनी चाहुंदा। एक गल साडे पहला घरां तो शुरू हुई और ऐसा सानू अंग्रेजी दा बुखार चढ़िया कि बच्चे इंग्लिश मीडियम स्कूल विच पाउणे ने। कोई माड़ी गल नहीं, बच्चों नूं अंग्रेजी पढ़ाउंदियां पढ़ाउंदियां पंजाबी बच्चों की जिंदगी चों मनफी हो गई। देखो जाते तुसी बतौर माँ प्यो फर्ज निभाउंदे अपना कि तुसी बच्चों नूं घर पंजाबी पढ़ाउंदे। हुण बच्चे ने पंजाबी क्यों नहीं पढ़ी, कहंदे स्कूल च सबजैक्ट नहीं सीगा। पर इहो जे स्कूल च बच्चे नूं कौन लैके गया? तुसी लैके गए। हुण एक नवां काम शुरू हो गया है। वो कहंदे जी ग्रंथी सिंह वो चाहिए जिन्हों अंग्रेजी आउंदी होवे, रागी सिंह भी वो चाहिए जिन्हों अंग्रेजी आउंदी होवे। ते मैं ते सच्ची मुच्ची इस गल लई चिंतित हाँ कि जदों ग्रंथी भी अंग्रेजी बोलेगा तो फिर पंजाबी तो अंग्रेज ही बोलणगे, बाकी तो अपने कोल ते रहनी नहीं किसी कोले। अज तक पंजाबी अमीर नहीं हुई क्योंकि पंजाबी दे विच लिख दिती किताब कोई नहीं पढ़ता। क्योंकि पंजाबियों नूं पढ़न की आदत नहीं हैगी। असीं ते अखबार भी मंग के पढ़ते हैं, मुल खरीद के थोड़ा पढ़ते हैं, पढ़ते हैगे हैं। कितनी वड्डी बंगला साहब दे विच लाइब्रेरी है। मेरा ख्याल है भी इसका घट्टो घट्ट खर्चा जिहड़ा है वो 1.5-2 लाख रुपया महीने का होएगा। सीसगंज साहब भी है। मैं पूछा भी प्रबंधक जिहड़े उत्थे स्टाफ बैठदा है 30 तो लैके 35 तक भी महीने दियां किताबां इशू नहीं हुंदियां पढ़न वास्ते। फैशन हैगा हर गुरुद्वारे च कहंदे जी लाइब्रेरी होनी चाहिए है। पता काहदे लई है? अखबारां पढ़न लई। तो अखबारां आ जांदियां ने, मेरे वर्गे फ्री बह के उत्थे पढ़ आउंदे ने। बड़े 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 राइटर जिहड़े सिख राइटर भी होए ने, उन्होंने अपने आर्टिकल, उन्होंने अपना ज्ञान पंजाबी नूं नहीं भेटा किया। उन्होंने अपने आर्टिकल हिंदी अखबारां नूं दे दिते, अंग्रेजी अखबारां नूं दे दिते। अंग्रेजी विच उन्होंने अपनियां किताबां बुक्स प्रिंट करा दित्तियां। क्योंकि पिछे सोच इको ही सी, वो सी कमर्शियल। अज भी सानू इदां लगदा है अंग्रेजी बोलेगा बच्चा 4 पैसे वध कमा लेगा। तुहानू दुनिया दीयां तमाम भाषावां आउण, तुसीं दुनिया की हर बोली जानो,
ਇਹ ਸਿੱਖੀ ਵਾਸਤੇ ਮਾਣ ਦੀ ਗੱਲ ਹੈ। ਪਰ ਤੁਸੀਂ ਮਾਂ ਬੋਲੀ ਛੱਡ ਦਿਓ, ਮੈਂ ਕਹਿੰਦਾ ਇਹ ਸਿੱਖੀ ਵਾਸਤੇ ਸਭ ਤੋਂ ਘਾਤਕ ਗੱਲ ਹੈ। ਸਕੂਲ ਵਿੱਚੋਂ ਤੁਸੀਂ ਪੰਜਾਬੀ ਕੱਢ ਦਿੱਤੀ, ਹੁਣ ਗੁਰਦੁਆਰੇ ਚੋਂ ਕੱਢਣ ਲਈ ਡੰਡਾ ਚੁੱਕਿਆ ਹੋਇਆ। ਕਹਿੰਦੇ ਜੀ ਬੱਚੇ ਨਹੀਂ ਸਮਝਦੇ। ਪੁੱਛੋ ਸਮਝਾਉਣਾ ਕਿੰਨੇ ਹੈ? ਮੇਰੀ ਇੱਕ ਗੱਲ ਦਾ ਗੁੱਸਾ ਨਾ ਕਰਨਾ। ਇੱਕ ਮਜ਼ਦੂਰ ਯੂਪੀ ਤੋਂ ਬਿਹਾਰ ਤੋਂ ਆਉਂਦਾ ਹੈ, ਪੰਜਾਬ ਦੇ ਵਿੱਚ ਸਾਰੇ ਟੱਬਰ ਨੂੰ ਹਿੰਦੀ ਸਿਖਾ ਦਿੰਦਾ ਹੈ, ਪਰ ਸਾਰੇ ਟੱਬਰ ਦੀ ਇੰਨੀ ਹਿੰਮਤ ਨਹੀਂ ਪੈਂਦੀ ਵੀ ਇੱਕ ਬੰਦਾ ਹੈ ਤੁਸੀਂ ਇਹਨੂੰ ਪੰਜਾਬੀ ਪੜ੍ਹਾ ਲਓ। ਇਹਦਾ ਅਰਥ ਇਹ ਨਹੀਂ ਹੈ ਕਿ ਪੜ੍ਹੇ ਲਿਖੇ ਗ੍ਰੰਥੀ ਨਹੀਂ ਹੋਣੇ ਚਾਹੀਦੇ, ਪੜ੍ਹੇ ਲਿਖੇ ਗੁਰੂ ਕੇ ਕੀਰਤਨੀਏ ਨਹੀਂ ਹੋਣੇ ਚਾਹੀਦੇ, ਪਰ ਇਸ ਪੜ੍ਹਾਈ ਲਿਖਾਈ ਨੂੰ ਆਪਣੀ ਪਰਫਾਰਮੈਂਸ ਨਾ ਬਣਾਓ ਭਾਈ। ਫਿਰ ਕੌਣ ਗੁਰਮੁਖੀ ਪੜ੍ਹੇਗਾ? ਫਿਰ ਕੌਣ ਪੰਜਾਬੀ ਬੋਲੇਗਾ? ਕੌਣ ਗੁਰਮੁਖੀ ਲਿਖੇਗਾ? ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਵੇਂ ਸਾਡੇ ਜੀਵਨ ਦਾ ਆਧਾਰ ਬਣ ਸਕੇਗਾ? ਕਿਉਂਕਿ ਸਾਨੂੰ ਤਾਂ ਕੁਝ ਸਮਝ ਆਏਗੀ ਨਹੀਂ। ਇੱਕ ਬੜੀ ਹਾਸਰਸ ਗੱਲ ਬਣੀ ਹੋਈ ਹੈ ਕਿ ਕਿਤੇ ਵਿਆਹ ਸੀ ਤੇ ਜਿੱਥੇ ਲੜਕੀ ਵਾਲਿਆਂ ਨੇ ਲਾਵਾਂ ਦੇ ਵਾਸਤੇ ਪੰਡਤ ਜੀ ਨੂੰ ਬੁਲਾਇਆ ਸੀ, ਉੱਥੇ ਕਿਤੇ ਲੜਕੇ ਵਾਲੇ ਵੀ ਇੱਕ ਆਪਣਾ ਪੰਡਤ ਨਾਲ ਲੈ ਕੇ ਆ ਗਏ। ਨੇੜ ਹੋਏਗਾ, ਸਾਂਝ ਹੋਏਗੀ, ਭਾਈਚਾਰਾ ਹੋਏਗਾ। ਲੜਕੀ ਵਾਲਿਆਂ ਦੇ ਪੰਡਤ ਦੀ ਬੇਟੀ ਦੀ ਸ਼ਾਦੀ ਸੀ, ਆਪਣੀ ਉਹਦੀ ਬੇਟੀ ਦੀ। ਉਹਨੇ ਘਰਦਿਆਂ ਨੂੰ ਤਰੀਕੇ ਨਾਲ ਕਿਹਾ, ਕਿਉਂਕਿ ਹੈ ਤਾਂ ਸਾਡੇ ਨਾਲੋਂ ਤਾਂ ਮੈਂ ਸਮਝਦਾ ਮੇਰੀ ਧਾਰਮਿਕ ਸ਼੍ਰੇਣੀ ਵਿੱਚ ਪੰਡਤ ਬਹੁਤ ਸਿਆਣਾ ਹੈ। ਤੁਸੀਂ ਵਿਆਹ ਰੱਖੋ, ਉਹ ਮੁਹੂਰਤ ਕੱਢਦਾ ਕਿ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰੇ 3:30 ਵਜੇ ਤੱਕ, ਸਵੇਰੇ 2:30 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਲਾਵਾਂ ਦਾ ਟਾਈਮ ਹੈ ਜੀ। ਰਾਤੀ 1 ਵਜੇ ਤੋਂ ਲੈ ਕੇ 2:30 ਵਜੇ ਤੱਕ ਲਾਵਾਂ ਦਾ ਫੇਰਿਆਂ ਦਾ ਵਕਤ ਹੈ ਜੀ। ਅਗਲਾ 1:45 ਆਉਂਦਾ ਹੈ, 2:45 ਚਲਾ ਜਾਂਦਾ ਹੈ। ਅਸੀਂ ਕਹਿੰਦੇ ਜੀ ਕੋਈ ਵਹਿਮ ਭਰਮ ਨਹੀਂ ਹੈਗਾ, ਸਾਨੂੰ ਅਗਲੇ 9 ਵਜੇ ਸਵੇਰੇ ਬੁਲਾਉਂਦੇ ਨੇ, ਸ਼ਾਮੀ 5 ਵਜੇ ਛੱਡਦੇ ਨੇ। ਜੇ ਪੁੱਛੀਏ ਵੀ ਲਾਵਾਂ, ਕਹਿੰਦੇ ਗਿਆਨੀ ਜੀ ਅਜੇ ਤੇ ਬਰਾਤ ਨੱਚੀ ਜਾਂਦੀ ਹੈ, ਬਾਹਰ ਆਏਗੀ ਤੇ ਫਿਰ ਦੱਸਾਂਗੇ ਤੁਹਾਨੂੰ ਵੀ ਲਾਵਾਂ ਕਿੰਨੇ ਵਜੇ ਹੋਣਗੀਆਂ। ਹੁਣ ਉਸਨੇ ਕੀ ਕੀਤਾ? ਉਸਨੇ ਲੜਕੀ ਵਾਲਿਆਂ ਨੂੰ ਕਿਹਾ ਕਿ ਜਦੋਂ ਫੇਰੇ ਕਰਨੇ ਨੇ ਤਾਂ ਬੇਦੀ ਦੇ ਚਾਰੇ ਪਾਸੇ 4 ਗੱਠਾਂ ਦੇ ਵਿੱਚ, 4 ਗੰਢਾਂ ਦੇ ਵਿੱਚ ਕਪਾਹ ਹੋਣੀ ਚਾਹੀਦੀ ਹੈ। ਉਹਨਾਂ ਸੋਚਿਆ ਵੀ ਇਹ ਕੋਈ ਸਗਨ ਹੋਏਗਾ, ਇਹ ਇਸ ਮੁਹੂਰਤ ਦੇ ਸਮੇਂ ਦੇ ਵਿੱਚ ਇਹ ਕੋਈ ਜ਼ਰੂਰਤ ਹੋਏਗੀ, ਕੋਈ ਮਰਿਆਦਾ ਹੋਏਗੀ। ਉਸ ਵੇਲੇ ਉਹਨਾਂ ਨੇ 4 ਗੱਠਾਂ ਲਿਆ ਕੇ ਰੂੰ ਦੀਆਂ ਰੱਖ ਦਿੱਤੀਆਂ ਤੇ ਉਹ ਜਿਹੜਾ ਲੜਕੇ ਵਾਲਾ ਪਰਿਵਾਰ ਸੀ ਉਹਨਾਂ ਦੇ ਨਾਲ ਜਿਹੜਾ ਆਇਆ ਪੰਡਤ ਸੀ, ਉਹ ਲੜਕੀ ਵਾਲਿਆਂ ਦੇ ਪੰਡਤ ਨੂੰ ਪੁੱਛਦਾ ਹੈ, ਕਹਿੰਦਾ ਅਚਰਜ ਵਿਆਹੰ, ਕਹਿੰਦਾ ਉਹ ਭਰਾ ਪੰਡਤ ਇਹ ਕਿਹੜਾ ਵਿਆਹ ਕਰਨ ਲੱਗਿਆ ਤੂੰ ਬਈ? ਚਤੁਰਤ ਕਪਾਹੰ, ਵਿਚਾਰੇ ਪਾਸੇ ਕਪਾਹ ਰੱਖੀ ਹੋਈ ਹੈ। ਉਹ ਕਹਿੰਦਾ ਚੁੱਪੰ ਗੁੜੁਪੰ ਅਰਦੋ ਉਰਦੰ ਸਵਾਹਾ, ਕਹਿੰਦਾ ਬਸ ਕਰ, 2 ਗੰਢਾਂ ਤੂੰ ਲੈ ਲਈ, ਇਹਨਾਂ ਨੂੰ ਕਾਹਨੂੰ ਦੱਸਦਾ? ਭਾਈ ਗੁਰਸਿੱਖੋ, ਇਹ ਹਾਲਤ ਹੋਏਗੀ ਤੁਹਾਡੇ ਨਾਲ। ਕਿਉਂ ਤੁਸੀਂ ਆਪਣੀ ਮਾਂ ਬੋਲੀ ਨੂੰ ਕਿਉਂ ਤਿਆਗਦੇ ਹੋ? ਇਹ ਗੁਰੂ ਬਾਣੀ ਹੈ। ਜੇ ਇਹ ਕਹੋ ਤੇ ਕੋਈ ਅੱਤ ਕਥਨੀ ਨਹੀਂ ਹੈ। ਪੰਜਾਬੀ ਦੇ ਵਿੱਚ ਸਾਨੂੰ ਗੁਰੂ ਬਾਣੀ ਮਿਲੀ ਹੈ, ਗੁਰਮੁਖੀ ਵਿੱਚ ਸਾਨੂੰ ਗੁਰਬਾਣੀ ਮਿਲੀ ਹੈ। ਇਹ ਤਾਂ ਸਾਨੂੰ ਆਪਣੇ ਬੱਚੇ ਨੂੰ ਪਹਿਲਾ ਪਾਠ ਪੜਾਉਣਾ ਚਾਹੀਦਾ ਵੀ ਪੁੱਤਰ ਬਾਕੀ ਦੁਨੀਆ ਦੀ ਪੜ੍ਹਾਈ ਬਾਅਦ ਵਿੱਚ ਕਰਾਵਾਂਗੇ, ਪਹਿਲਾਂ ਤੈਨੂੰ ਗੁਰੂ ਬਾਣੀ ਪੜ੍ਹਨੀ ਪਵੇਗੀ, ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੋਣ ਲੱਗਣਾ ਹੋਵੇਗਾ। ਕਿਉਂਕਿ ਜੀਵਨ ਦੇ ਸੁਖੀ ਤੇ ਸਫਲ ਹੋਣ ਦਾ ਖਜ਼ਾਨਾ ਯੂਨੀਵਰਸਿਟੀਆਂ ਦੀਆਂ ਕਿਤਾਬਾਂ ਵਿੱਚ ਨਹੀਂ ਹੈ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ।
और ਇਹਦਾ ਪ੍ਰਮਾਣ ਕੀ ਹੈ? ਇਹਦਾ ਪ੍ਰਮਾਣ ਹੈ ਜਦੋਂ ਇੱਥੇ ਆ ਕੇ ਸੰਗਤ ਮੱਥਾ ਟੇਕਦੀ ਹੈ ਤੇ ਉੱਥੇ ਪਤਾ ਕਰੋ ਵੀ ਇੱਥੇ ਕਿੰਨੇ ਕਿੰਨੇ ਪੜ੍ਹੇ ਲਿਖੇ ਮੱਥਾ ਟੇਕਦੇ ਨੇ। ਦੇਖੋ ਅਨਪੜ੍ਹ ਮੱਥਾ ਟੇਕੇ ਤੇ ਸਮਝ ਆਉਂਦੀ ਹੈ ਕਿ ਤੇ ਵਿਚਾਰਾ ਅਨਪੜ੍ਹ ਹੈ ਜੀ, ਦੁਖੀ ਹੈ, ਪਰ ਇੱਥੇ ਤੇ ਵੈਲ ਕੁਆਲੀਫਾਈਡ ਆਦਮੀ ਆ ਕੇ ਨੱਕ ਰਗੜਦੇ ਨੇ। ਇਹਦਾ ਅਰਥ ਹੈ ਕਿ ਪੜ੍ਹ ਲਿਖ ਕੇ ਵੀ ਜੋ ਸੁਖ ਸ਼ਾਂਤੀ ਚਾਹੀਦੀ ਸੀ ਉਹ ਅਜੇ ਪ੍ਰਾਪਤ ਨਹੀਂ ਹੋਈ। ਇੱਥੇ ਅਮੀਰ ਤੋਂ ਅਮੀਰ ਆਦਮੀ ਵੀ ਆ ਕੇ ਮੱਥਾ ਟੇਕਦਾ ਹੈ। ਇਹਦਾ ਅਰਥ ਕੀ ਹੈ? ਅਮੀਰ ਹੋ ਕੇ ਵੀ ਉਹ ਸੁਖ ਸ਼ਾਂਤੀ ਨਹੀਂ ਮਿਲੀ। ਦੇਖੋ ਗਰੀਬ ਤੇ ਮੱਥਾ ਟੇਕੇ ਕਿ ਦੁਖੀ ਹੋਏਗਾ, ਅਸੀਂ ਸਮਝ ਸਕਦੇ ਆ। ਅਮੀਰ ਕਿਉਂ ਦੁਖੀ ਹੈ? ਆਮ ਸਧਾਰਨ ਆਦਮੀ ਆ ਕੇ ਮੱਥਾ ਟੇਕੇ ਸਮਝ ਆਉਂਦੀ ਵੀ ਉਹਦੀ ਤੇ ਕੋਈ ਪੁੱਛਦਾ ਨਹੀਂ, ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਪਰ ਇੱਕ ਦੁਨੀਆ ਦੀਆਂ ਮਾਣ ਪਦਵੀਆਂ ਵਾਲਾ ਮਨੁੱਖ ਆ ਕੇ ਇੱਥੇ ਮੱਥਾ ਟੇਕਦਾ, ਨੱਕ ਪਿਆ ਰਗੜਦਾ ਹੈ। ਇਹਦਾ ਅਰਥ ਹੈ ਕਿ ਇੰਨੀਆਂ ਪਦਵੀਆਂ ਤੋਂ ਵੀ ਉਹਨੂੰ ਉਹ ਸੁਖ ਸ਼ਾਂਤੀ ਨਹੀਂ ਮਿਲੀ। ਇਹਨਾਂ ਸਾਰੀਆਂ ਚੀਜ਼ਾਂ ਦਾ ਦਾਤਾ ਕੌਣ ਹੈ? ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ, ਜਿਨ੍ਹਾਂ ਨੇ ਥੋੜੀ ਨਹੀਂ 60 ਸਾਲ ਉਮਰ ਬਤੀਤ ਕਰ ਲਈ। ਇਹ ਵੀ ਨਹੀਂ ਕਿ ਉਹਨਾਂ ਨੇ ਕੋਈ ਧਰਮ ਕਰਮ ਨਹੀਂ ਕੀਤਾ। 19 ਸਾਲਾਂ ਦਾ ਇਤਿਹਾਸ ਹੈ ਕਿ ਲਗਾਤਾਰ ਸਤਿਗੁਰੂ ਹਰਿਦੁਆਰ ਜਾਂਦੇ ਨੇ। ਜਾਂਦੇ ਕਿੱਥੋਂ ਨੇ? ਬਾਸਰ ਕੇ ਗਿੱਲ ਤੋਂ। ਇਹ ਅੰਮ੍ਰਿਤਸਰ ਸਾਹਿਬ ਤੋਂ ਵੀ ਪਰੇ ਹੈ, ਹੋਰ ਅੱਗੇ ਪਿੰਡ ਹੈ ਜਿੱਥੇ ਗੁਰੂ ਅਮਰਦਾਸ ਜੀ ਰਹਿੰਦੇ ਸਨ। ਹੈ ਇਹ ਪਿੰਡ ਵੀ ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ। ਇਹ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਪਿੰਡ ਨਹੀਂ ਹੈ, ਨਾਨਕਿਆਂ ਦਾ ਪਿੰਡ ਹੈ। ਇੱਥੋਂ ਲੈ ਕੇ ਹਰਿਦੁਆਰ ਤੱਕ ਹਰ ਸਾਲ ਪੈਦਲ ਜਾਂਦੇ ਨੇ। ਔਰ ਕਿੰਨੇ ਚਿਰ ਲਈ ਜਾਂਦੇ ਨੇ? ਸਾਲ ਵਿੱਚ ਪੂਰਾ 1 ਮਹੀਨਾ। 1 ਮਹੀਨਾ ਪੂਰਾ ਉਹ ਧਰਮ ਦੀ ਯਾਤਰਾ ਕਰਦੇ ਨੇ, ਵਰਤ ਨੇਮ ਰੱਖਦੇ ਨੇ, ਇਸ਼ਨਾਨ ਕਰਦੇ ਨੇ, ਦਾਨ ਕਰਦੇ ਨੇ, ਪੁੰਨ ਕਰਦੇ ਨੇ। ਪਰ ਜਦੋਂ ਇੱਕ ਵੈਸ਼ਨਵ ਸਾਧੂ ਤੋਂ ਇੱਕ ਠੋਕਰ ਲੱਗਦੀ ਹੈ ਕਿ ਅਮਰਦਾਸ ਤੇਰਾ ਗੁਰੂ ਕੌਣ ਹੈ? ਕਹਿਣ ਲੱਗੇ ਜੀ ਗੁਰੂ ਤੇ ਮੈਂ ਕੋਈ ਧਾਰਨ ਨਹੀਂ ਕੀਤਾ, ਤਲਾਸ਼ ਵਿੱਚ ਹੈਗਾ ਕਿ ਕੋਈ ਸੱਚਾ ਗੁਰੂ ਮਿਲੇਗਾ ਤੇ ਧਾਰਨ ਕਰ ਲਵਾਂਗਾ। ਤੇ ਸਾਧੂ ਨੇ ਆਖਿਆ ਕਿ ਤੂੰ ਨਗੁਰਾਈ ਧਰਮ ਕਮਾਈ ਜਾਂਦਾ। ਨਗੁਰੇ ਆਦਮੀ ਦਾ ਕੋਈ ਧਰਮ ਨਹੀਂ ਹੁੰਦਾ। ਹੁਣ ਇਹ ਗੱਲ ਸਾਨੂੰ ਕਿਸੇ ਨੂੰ ਨਹੀਂ ਸਮਝ ਆਉਂਦੀ। ਅੱਜ ਸਾਨੂੰ ਵੀ ਇਦਾਂ ਹੀ ਲੱਗਦਾ ਹੈ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਲਈ ਕਿਰਪਾਨ ਪਾਉਣ ਦੀ ਕੀ ਲੋੜ ਹੈ ਜੀ? ਜੇ ਚੰਗਾ ਹੀ ਕੰਮ ਕਰਨਾ ਹੈ ਤਾਂ ਉਹਦੇ ਲਈ ਕਸ਼ਹਿਰੇ ਕਿਰਪਾਨ ਦੀ, ਕੰਘੇ ਕੜੇ ਦੀ ਕੀ ਲੋੜ ਹੈ ਜੀ? ਉਹਦੇ ਲਈ ਦਾੜੀ ਵਧਾਉਣ ਦੀ ਕੀ ਲੋੜ ਹੈ ਜੀ? ਹੁਣ ਉਹਦੀ ਅਜੀਬੋ ਗਰੀਬ ਵਿਆਖਿਆ ਅਸੀਂ ਕਰਦੇ ਜੀ, ਮਨ ਸਾਫ਼ ਹੋਣਾ ਚਾਹੀਦਾ ਜੀ। ਇਹ ਪੁੱਛੋ ਵੀ ਤੇਰਾ ਕੀ ਪੈਰਾਮੀਟਰ ਹੈ ਵੀ ਤੇਰਾ ਮਨ ਸਾਫ਼ ਹੈ ਭਾਈ? ਅਸਲ ਵਿੱਚ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਨਾ, ਇਹ ਚੇਤਾ ਰੱਖਣਾ, ਮਾੜੇ ਕੰਮ ਦਾ ਕਿਸੇ ਨੂੰ ਹੰਕਾਰ ਨਹੀਂ ਹੁੰਦਾ। ਮਾੜੇ ਕੰਮ ਦਾ ਕੋਈ ਹੰਕਾਰ ਨਹੀਂ ਕਰਦਾ। ਹੰਕਾਰ ਹਮੇਸ਼ਾ ਆਪਾਂ ਚੰਗੇ ਕੰਮ ਦਾ ਕਰਦੇ ਹਾਂ। ਮੈਂ ਇੰਨੇ ਇਸ਼ਨਾਨ ਕੀਤੇ, ਮੈਂ ਇੰਨੇ ਦਾਨ ਕੀਤੇ, ਮੈਂ ਇੰਨੇ ਪੁੰਨ ਕੀਤੇ, ਮੈਂ ਇੰਨੇ ਭਲੇ ਦੇ ਕੰਮ ਕੀਤੇ, ਮੈਂ ਇੰਨੀਆਂ ਨੇਕੀਆਂ ਕੀਤੀਆਂ, ਮੈਂ ਇੰਨੀਆਂ ਚੰਗਿਆਈਆਂ ਕੀਤੀਆਂ। ਕਦੇ ਕੋਈ ਕਹਿੰਦਾ ਮੈਂ ਇੰਨੀਆਂ ਬੁਰਾਈਆਂ ਕੀਤੀਆਂ, ਮੈਂ ਇੰਨੇ ਮਾੜੇ ਕੰਮ ਕੀਤੇ। ਇਸ ਗੱਲ ਦਾ ਹੰਕਾਰ ਕੋਈ ਨਹੀਂ ਕਰਦਾ। ਸਤਿਗੁਰੂ ਪਿਤਾ ਜੀ ਨੇ ਇਹ ਗੱਲ ਸਾਨੂੰ ਬਾਣੀ ਵਿੱਚ ਸਮਝਾਈ ਹੈ ਕਿ ਭਾਈ ਤੈਨੂੰ ਗੁਰੂ ਤੋਂ ਪੁੱਛਣਾ ਪਵੇਗਾ, ਤੈਨੂੰ ਗੁਰੂ ਸਮਝਾਵੇਗਾ। ਕਿਉਂਕਿ ਗੁਰੂ ਕਰਮ ਵੀ ਦੱਸਦਾ ਹੈ, ਨਾਲ ਸੰਜਮ ਤੇ ਪਰਹੇਜ਼ ਵੀ ਦੱਸਦਾ ਹੈ।
हुण तीरथ बरत अरदान कर मन में धरे गुमान, नानक नेफल जात ते ज्यों कुंचर इशनान। महाराज ये की होया, कोई आदमी तीर्थां ते जांदा ही नहीं, मैं ते जाना। कोई इशनान करदा ही नहीं, मैं ते करदा। कोई वर्त रखदा ही नहीं, मैं ते रखदा। कोई दान करदा ही नहीं, मैं ते करदा। पर मेरे कोई नहीं करदा ते कुछ भी नहीं, पर जे मैं करदा आ ते तुसी कहने हो ये ते हाथी दे नहाउण वाली गल है। एक सिख बाणी पढ़ रहा है, बाणी उसने गलत पढ़ी है। गुरु जी ने कहा इसनूं थप्पड़ मारो भाई, बाणी गलत पढ़ रहा है। हुण वो आके सतगुरु जी नूं पुछदा है कि महाराज जिहड़े बाणी नहीं पढ़ते उन्होंने तो कुछ नहीं, पर जिहड़े असीं बाणी पढ़ते सानूं चपेड़ां पैंदियां ने। सतगुरां ने कहा भी तैनूं बाणी पढ़न तो नहीं मारिया, तैनूं बाणी गलत पढ़न तो मारिया। हुण असीं सोचते भी काम करना ही ठीक है, नहीं, काम ठीक करना ठीक है, काम करना ठीक है, पर ठीक काम करना ठीक है। काम करने का अर्थ ये नहीं कि तुसीं गलत काम भी करी जाओ तो तां भी ठीक है। हुण ये ज्ञान कौन देगा? इस ज्ञान का दाता गुरु है। बच्चा बोलन लग गया, ठीक नहीं बोलता, दुनिया की कहती है, कहते तेरी मां ने तेनों बोलना तो सिखाया है, पर तेनों ये नहीं दसिया भी बोलना की है। एक मास्टर ने पढ़ाया है, पढ़न तो बाद जो बंदा गलत रस्ते तुर गया तो उलामा दिने आ कि जिन्हें तेनों पढ़ाया उन्हें ये नहीं दसिया भी हुण तू करना की है। गुरु तो बिना ज्ञान नहीं, गुरु तो बिना कोई मार्गदर्शन नहीं कर सकता। गुरु तो बिना साडे जीवन का कोई भी मार्गदर्शक नहीं हो सकता। इस करके भाई सतगुरु जी दे कोलों ये गल पुछण दी लोड़ है। अखीर गुरु अमरदास जी गुरु अंगद साहब महाराज की शरण में आए, 12 साल रहे, 12 साल लगे उन्होंने सिखदे। उस अवस्था तक आउंदे कि जे कोई जलाई कह दे कि यह नथावा है तो उन्होंने जवाब की देना है। उन्होंने जवाब ये देता भी चलिए मैं नथावा नहीं, जिहड़ी थां मैनू गुरु ने दिती है इहो जी थां किनू मिलदी है। अज जो कुछ धर्म के नां ते हो रहा है, धर्म करके हो रहा है, धर्मी लोग कर रहे ने। आज जितना जहाद है ये सारा धर्म के नां ते ही है। जितने फसाद ने बहुते धर्म के नां ते ही ने। किसी मुल्क का तुसी इतिहास पढ़ के वेख लो, धर्म के नां ते युद्ध हो रहे हैं, जंग हो रहे हैं। पढ़ी की जाने मजहब नहीं सिखाता आपस में बैर रखना। जे मजहब नहीं सिखाउंदा तो फिर ईसाईयत का ते इस्लाम का झगड़ा काहदा है जी? काहदा झगड़ा है? आ रोज जिहड़े साडे मुल्क विच दंगे होंदे ने काहदे होंदे ने, क्यों होंदे ने? फिर जे मजहब नहीं सिखाउंदा तो कौन सिखाउंदा है जी? असल च मजहब नहीं सिखाउंदा, ये ज्ञानहीने मजहब दे जिहड़े ठेकेदार ने ये वो सिखाउंदे ने। ये चीज़ां उन्हां तो साडे जीवन विच आउंदियां ने। इस करके भाई सानू गुरु दे कोलों सीखना होवेगा, गुरु कोलों पुछना होवेगा। सतगुरु पिता जी ने तो इथों तक हुक्म किया है कि जाल मोह कस मस कर मत कागद कर सार, भाव कलम कर चित लखारी, गुर पुछ लिख विचार। ये ना होवे कि शाही दवात लैके
कलम कागज लैके ते तू काले लेख लिखने शुरू कर देवें। पहला अपना मोह साड़, अपने मोह की पहला छाई बना, क्योंकि असीं जदों मोह विच आके लिखांगे तो अपणिआं नूं चंगा लिखांगे, बाकियां नूं माड़ा लिखांगे। लिखारी का धर्म तो यह नहीं है। आज जिन्ना प्रिंट मीडिया ये क्यों बदनाम हो गया? इसे करके हो गया कि खबर बनाई जाती है, खबर सुनाई नहीं जाती, खबर लिखी नहीं जाती। खबर की केवल ड्राफ्टिंग नहीं होंदी, लोड़ इस गल की सी कि जे तू लिखारी बन लगा तो सच लिखी, गुर पुछ लिख विचार। की लिखना है? लिख नाम सलाह लिख, लिख अंत ना पारावार। बाबा ये लेखा लिख जान, तो जिथे लेखा मंगी है तिथे होए सच्चा निशान। जिथे तेरे कोलों लेखा मंगया जाएगा, ये तेरा लिखिया होया जिहड़ा कागज होएगा, पेपर होएगा, तेरी जिहड़ी लिखत होएगी, ये तेरी निशानी बन जाएगी। असीं कहने ना भी कोई निशानी दिओ। कोई आदमी कहता जी मैंने अमके ने भेजे, असीं कहने कोई तुहाडे कोले कोई कागज है, कोई उन्हां दा कोई विजिटिंग कार्ड है तुहाडे कोले, कोई तुहानूं उन्हां ने कोई लिख के दिता है, कुछ कोई निशानी हैगी तो विखा दिओ कि तुहानूं उन्हां ने घल्लिया। की सबूत है जी? धन गुरु अमरदास पिता महाराज साडा मार्ग दर्शन करते ने। हर जीओ दाता अगम अथाह। परमात्मा कौन है? मैनू क्षमा करना, साडे लिए परमात्मा कुछ भी नहीं है। असी अपने महल्लेदारी दे धार्मिक लोगों तो मनने पूजने शुरू किए ने, उतों तक तो पहुंचे ही नहीं। असी साडा ज्ञान उतों तक नहीं है, साडी पहुंच उतों तक नहीं, साडी सोच भी उतों तक नहीं है। असी कोई छोटी जी मूर्ति रख ली है, बस उसे नूं ही भगवान मान के उत्थे ही असी सारी जिंदगी अपनी बतीत कर दी है। ये तो सतगुरु गुरु नानक साहब इत्थे आए, उन्होंने आके होका दिता कि संसार दे लोगों इस कीर्तन पूजा दे विचों निकल जाओ, करते दे पुजारी बनो। शक्ति कोई होर है, ये शक्तियां नहीं जिन्होंने तुसी अपने जीवन का आधार बना के बैठे। ये शक्तियां नहीं, शक्ति केवल एक परमात्मा दी है। ये ज्ञान किसने दिता? ये ज्ञान गुरु ने दिता। नहीं तो अजकल एक व्हाट्सएप पे एक जोक चलता है, बड़ी कमाल की गल है कि कोई बच्ची किसी महापुरुष को जाके कहती है कि जी तुसी मैनू ज्ञान दिओ, मेरे दुखों की निवृत्ति करो, मेरे जीवन दे विच सुख आउण। ਉਹਨੂੰ ਕਹਿੰਦਾ भी ਇਹਦੇ वास्ते तेनू दशना देनी पवेगी। कहन लगी जी दसो मैं की दियां? कहंदा मैं तेरे तो ज़्यादा कुछ तो नहीं मंगदा, पर इस मुल्क दे विच 33 करोड़ देवी देवते ने, ते तू एक एक देवते दे नां ते 1 रुपया भेटा मत्था टेक दे। वो बच्ची अगों की कहती है? कहन लगी जी बिल्कुल ठीक है, तुसी देवतियां दे नां लई जाओ, मैं रुपया रुपया दई जानी है। कहते बाबा जी बेहोश हो गए, डिग पे भी ये की बनया? ना उन्होंने भी नहीं आते जिहड़ा कही जाता है 33 करोड़ देवी देवते ने। पुछो भी तेनों ना आते ने उन्होंने? जल देवता, अगन देवता, बसंतर देवता कह दो इनू, पवन देवता, इदू अगे ना आते किनू ने? सतगुरु पिता जी ने साडे ते किरपा की, सानू एक परमात्मा नाल जोड़िया, सानू समझाया
कि पूरे संसार की जिहड़ी शक्ति है वो केवल एक परमात्मा है। एक परमात्मा तो बिना दूसरा कोई भी नहीं है। जे कोई है तो उहदा भेजिया होया है। सतगुरु पिता इत्थे समझाउंदे ने हर जीओ दाता। दाता कौन है? दाता देण वाला कौन है? असी कहने कि पानी पवन देवते तो मिलता है, हवा हवा पवन देवते तो मिलती है, पानी जल देवते तो मिलता है, अग बसंतर देवते तो मिलती है। सतगुरु कहते ने नहीं, सबना जियां का एक दाता, सारियां दाता वो दिंदा है। इथों तक ये हवा, ये पानी, ये अग्नि, ये तो उहने पैदा किए हुए ने, ये तो उहदी किरत ने, ये उहदे भै विच रहिंदे ने। भै विच पवन वहै सदवाओ, भै विच चलै लख दरियाओ, भै विच अगन कढे वे गार, भै विच धरती दबी भार, भै विच सूरज, भै विच चंद। असी सूरज नूं वखरी शक्ति मनदे हां, चंद्रमा नूं वखरी शक्ति मनदे हां, तां ही संगरांदां ते मस्सिया दी पूजा हुंदी साडे विच। क्योंकि असी उन्हां दे पुजारी बन के तुरदे हां। इसे करके फिर असी उन्हां दे उन्हां नूं शक्ति मान के उन्हां नूं आधार बना के असी तुर पैने आ। धन गुरु अमरदास महाराज समझाउंदे ने हर जीओ दाता अगम अथाह। रब परमात्मा एक दाता है, पर वो अगम है, साड़ी पहुंच तो परे है। वो अथाह है, वो तो बहुत डूंगा है। उस तिल ना तमाए वे परवाह, उन्होंने तो लालच ही कोई नहीं है। अगर रब नूं तुसीं मनना है तो उहदे लई समगरी की लोड़ नहीं है। मत सोचो भी इन्ना घ्यो लियाओगे जी, इन्ने तिल लियाओगे जी, इन्नी चंदन की लकड़ी लियाओगे जी, इन्ना अगर लियाओगे जी, इन्ना कपूर लियाओगे जी, ऐदा हवन करोगे जी तो फिर वो परमात्मा खुश होएगा। कहते परमात्मा नूं तां लालच ही कोई नहीं है। जिस रब का ज्ञान गुरु नानक ने दिता है, उस रब नूं तुहाडे तो कोई लालच नहीं है। ते जिन्हां लोकां दे मगर असी तुरे, उन्हां ते रब इन्ना महंगा बना दिता सी कि गरीब आदमी की पहुंच तो ही परे हो गया। ना कोई असमेध जग कर सके, ना कोई रब नूं मना सके, ना कोई ब्रह्म भोज कर सके, ना कोई रब नूं मना सके, ना कोई 68 तीर्थां दे इशनान कर सके, ना कोई रब नूं पा सके। सतगुरु जी ने दसिया कि नहीं, उस रब नूं कोई लालच नहीं। उस तिल ना तमाए वे परवाहा, तिसनूं अपड़ ना सके कोई। अगली गल, ये जिहड़े बंदे दावा करके बैठे ने कि असीं रब नूं मिल गए हाँ, सतगुरु कहंदे इन्हां चों तां एक भी रब दे कोल नहीं पहुंच सकदा। आपे मेल मलाएंदा। वो आप जिन्हों मिलदा है वो मलाप आप बख्शदा है। अपने नाल मिलाउण वास्ते उस प्रभु परमात्मा ने ये आप विध बनाई हुई है। पढ़ते असी भी रोज हैं, तो आप विछोड़िया आप मिलाया, मनदे कोई नहीं। जिस दिन उसने मिलाउणा होएगा, पहला सानू गुरु मिलाएगा, सानू गुरु दे रस्ते ते तोरेगा। अजे तो सानू उन्हें भरम दे विच पाया होया है, वहमां विच छड़ दिता है उसने। जिस दिन वो सानू अपने नाल मिलाउणा चाहेगा, ये किरपा उसने आप करनी है। जो किश करे सो नेचो होई। ये कौन है? हर जियो दाता अगम अथाह। जो वो चाहेगा वो जरूर होएगा। कल की होएगा, परसों की होएगा, करे है राम होए है सोए। जो रब करेगा वही होएगा। सानू क्यों सतगुरु कहते तू ना चिंता कर? उसका कारण की है कि मैनू फिक्र है
कल शनिचरवार की होएगा? सतगुरु पुछदे ने कल वीरवार लंघिया उदों की होया सी? तेरी मर्जी नाल कल होया कुछ नहीं? जे कल कुछ नहीं होया ते आउण वाले कल विच भी तेरी मर्जी नाल कुछ नहीं होना। इस करके कहो नानक करते कियां बातां, जो किश करना सो कर रहा। जो उन्हें करना है तो हो रहा है। आ जो कुछ पिछले घटनाक्रम होए ने, कोई एक बंदा साबित कर दे कि सब कुछ करन दे विच कोई एक बंदा भी कहे कि इहदे पिछे मैं हैगा जी। सुनते होंदे सी कि पापी को मारने के लिए पाप महाबली है, उहदा प्रतख प्रमाण मिल गया। जिस व्यक्ति ने गुरु का स्वांग रचिया उहदे विरोध विच बड़ा कुछ किया गया, पर शायद वो बड़ा कुछ उन्ना सार्थक नहीं होया जिन्ना उसनूं मारन वास्ते उहदा पाप जिहड़ा है वो जोरावार साबित होया है। जो परमात्मा ने करना है होना ते वो भाई, इस तो इलावा कुछ नहीं होना। सबनी छालां मारियां, करता करे सो होए। जो रब ने करना है, जिवें करना है, जदों करना है, ये उहदे अधिकार खेत्र की गल है। साडे अधिकार खेत्र विच है ही नहीं, असीं तां कर ही नहीं सकते। जो किश करे सो नेचो होई, तिस बिन दाता अवर ना कोई। ये भी चेता रखना, उहदे बिना कोई दाता नहीं है। मींह नहीं पैंदा, लोग जग करते ने, इंद्र देवते नूं मनदे ने, कहंदे ने भी वो इंद्र देवता खुश होवे ते मींह पैंदा है। पर सतगुरु कहंदे ने बदलां नूं भी लोग इंद्र कहंदे ने। सतगुरु बाणी विच कहंदे ने, क्या उठ उठ देखें बपड़ै, इस मेघे हथ किछ नाही। जिन ये मेघ पठाया तिस राखो मन माही। इन्हां बदलां दे वस विच की है? जे किसी का ध्यान ही धरना है तो कहते ओदा धरो जिन्हें बदल भेजे ने। पता करो बदल कौन भेजदा है? बदल आपे तो नहीं आउंदे, रब उसनूं कहंदे ने जिहड़ा बदलां नूं भेजदा है। बदल रब नहीं हैगे। जिन्होंने असीं देवी देवते भी मनदे, वो रब नहीं हैगे। जिसने ये भेजे ने रब वो हैगा। एका माई जुगत व्याई, तिन चेले परवान, एक संसारी एक भंडारी, एक लाए दी बाण। जिव तिस भावै तिवें चलावै, जिव होवै फरमान, ओ वेखै उन्हां नजर ना आवे। बहुता ये वडाण है, इन्हें यही वडाण है। वो वेख रहा है, पर जिन्होंने असीं मनदे उन्होंने तो बेचारा नजर भी नहीं आता। जो किश करे सो नेचो होई, तिस बिन दाता अवर ना कोई। रब तो बिना कोई दाता दूजा नहीं हैगा। तुद बिन दूजा नाही कोय, तू करतार करे सो होए। तेरा जोर तेरी मन टेक, सदा सदा जप नानक एक। फिर किसी की पूजा करने की की लोड़ है? किसी के मगर जाने की की लोड़ है? हाँ, कोई तुहानू मार्ग दर्शन दे सकता है। इसे करके वो महापुरख, वो अवतारी पुरख, वो देवते लोग पूजण योग मन्ने गए, जिन्हां ने सानू संसारी जीवां नू रब दे रस्ते ते तोरिया। वो माता पिता भी धन है, वो तुहाडा स्कूल का अध्यापक भी धन है, वो तुहाडे गुरुद्वारे का ग्रंथी सिंह भी धन है, वो तुहाडे मंदिर का पुजारी भी धन है, वो तुहाडे उस इलाके का भजन बंदगी करने वाला वो गुरमुख भी धन है, जिहड़ा तुहानू चंगे भले रस्ते ते तोरदा है। भाई सतगुरु पिता जी इत्थे समझाउंदे ने कि उस वाहिगुरु तो बिना कोई दूजा दाता नहीं, जिसनों नाम दान करे सो पाए, गुर शब्दी में लाएदा। नाम कौन जपेगा? जिन्हों वो जपाएगा। बाणी कौन पढ़ेगा? जिदे कोलों वो पढ़वाएगा। रब दे रस्ते ते कौन तुरेगा? जिन्हों वो अपना शब्द बख्शेगा, अपना ज्ञान बख्शेगा। हर बंदा इस रस्ते ते नहीं तुर सकता।
14 ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ, ਨਾਵੇਂ ਕਾ ਵਪਾਰੀ ਹੋਵੇ, ਗੁਰ ਸ਼ਬਦੀ ਕੋ ਪਾਏਂਦਾ। ਪਰਮਾਤਮਾ ਤੂੰ 14 ਭਵਨ ਬਣਾਏ ਨੇ, 7 ਆਕਾਸ਼ ਮੰਨੇ ਗਏ ਨੇ, 7 ਪਤਾਲ ਮੰਨੇ ਗਏ ਨੇ, ਟੋਟਲ ਗਿਣਤੀ ਹੋ ਗਈ 14। 14 ਧਰਤੀ ਤੋਂ ਉੱਪਰ ਨੇ, 14 ਧਰਤੀ, 7 ਧਰਤੀ ਤੋਂ ਉੱਪਰ ਨੇ, 7 ਧਰਤੀ ਤੋਂ ਥੱਲੇ। ਇਹ 14 ਭਵਨ ਨੇ। ਇਹ ਮਾਨੋ ਤੇਰੇ ਬਣੇ ਹੋਏ ਬਾਜ਼ਾਰ ਨੇ। ਇਹਨਾਂ ਬਾਜ਼ਾਰਾਂ ਦੇ ਵਿੱਚ ਇਹ ਸੰਸਾਰ ਦੇ ਜੀਵ ਵਣਜ ਵਪਾਰ ਕਰਦੇ ਫਿਰਦੇ ਨੇ। ਸਤਿਗੁਰ ਦਿਖਾਏ ਅੰਤਰ ਨਾਲੇ, ਪਰ ਜਿਨ੍ਹਾਂ ਨੂੰ ਸਤਿਗੁਰੂ ਨੇ ਵਿਖਾ ਦਿੱਤਾ ਕਿ ਭਾਈ ਇੰਨੇ ਭਵਨਾਂ ਦਾ ਮਾਲਕ ਪਰਮਾਤਮਾ ਤਾਂ ਤੇਰੇ ਕੋਲ ਹੈ, ਨਾਵੇਂ ਕਾ ਵਪਾਰੀ ਹੋਵੇ, ਗੁਰ ਸ਼ਬਦੀ ਕੋ ਪਾਏਂਦਾ। ਉਹ ਫਿਰ ਇਹਨਾਂ 14 ਲੋਕਾਂ ਵਿੱਚ ਨਹੀਂ ਭਟਕਦਾ। ਉਹ ਫਿਰ ਕੀ ਕਰਦਾ ਹੈ? ਉਹ ਤੇ ਅੰਤਰਾਤਮੇ ਬੈਠ ਕੇ ਫਿਰ ਨਾਮ ਦਾ ਵਪਾਰ ਕਰਦਾ ਹੈ। ਉਹ ਕਹਿੰਦਾ ਵੀ ਏਡੀਆਂ ਵੱਡੀਆਂ ਮਾਰਕੀਟਾਂ ਦਾ ਮਾਲਕ ਮੇਰੇ ਅੰਦਰ ਬੈਠਾ ਹੈ, ਜਿਹਨੇ ਏਡਾ ਵੱਡਿਆ ਦੁਨੀਆ ਦਾ ਅੰਪਾਇਰ ਖੜਾ ਕੀਤਾ ਹੋਇਆ, ਉਹ ਰੱਬ ਮੇਰੇ ਅੰਦਰ ਹੈ। ਇਹ ਗੁਰੂ ਵਿਖਾਉਂਦਾ ਹੈ। ਤੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ, ਉਹ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ। ਸਤਿਗੁਰ ਸੇਵੇ ਸਹਿਜ ਆਨੰਦਾ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸਿਮਰਿਆ, ਉਹਨਾਂ ਦੇ ਜੀਵਨ ਵਿੱਚ ਸਹਿਜ ਹੈ, ਉਹਨਾਂ ਦੇ ਜੀਵਨ ਵਿੱਚ ਆਨੰਦ ਹੈ। ਹਿਰਦੈ ਆਏ ਬੁੱਠਾ ਗੋਬਿੰਦਾ। ਫਿਰ ਕੀ ਹੋਇਆ? ਹਿਰਦੇ ਵਿੱਚ ਆ ਕੇ ਹਰੀ ਪਰਮਾਤਮਾ ਵਸ ਗਿਆ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਂਦਾ। ਸਹਿਜ ਦੇ ਵਿੱਚ, ਅਡੋਲਤਾ ਦੇ ਵਿੱਚ ਭਗਤ ਕਰੇ ਦਿਨ ਰਾਤੀ। ਦਿਨ ਰਾਤ ਉਹ ਵਿਅਕਤੀ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਉਹ ਸਹਿਜੇ ਜਾਗੈ, ਸਹਿਜੇ ਸੋਵੇ, ਗੁਰਮੁਖ ਅੰਨ ਦਿਨ ਉਸਤਤ ਹੋਵੇ। ਇਹ ਜਿਹੜੀ ਭਟਕਣਾ ਹੈ, ਇਹ ਸੰਸਾਰ ਹੈ। ਸਹਿਜ ਜਿਹੜਾ, ਅਡੋਲਤਾ ਜਿਹੜੀ ਹੈ, ਇਹ ਪਰਮੇਸ਼ਰ ਦਾ ਮਿਲਾਪ ਹੈ। ਗੱਲ ਤੇ ਸਾਨੂੰ ਸਮਝ ਆਉਂਦੀ ਨਹੀਂ। ਭਗਤੀ ਜਿਹੜੀ ਹੈ, ਇਹਨੇ ਤੁਹਾਡੇ ਜੀਵਨ ਦੇ ਵਿੱਚ ਠਹਿਰਾਓ ਲੈ ਕੇ ਆਉਣਾ ਹੈ। ਮਾਇਆ ਨੇ ਤੁਹਾਡੇ ਜੀਵਨ ਵਿੱਚ ਭਟਕਣਾ ਲੈ ਕੇ ਆਉਣੀ। ਤੁਸੀਂ ਵੇਖ ਲੈਣਾ, ਜਿੰਨਾ ਵੱਡਾ ਵਪਾਰੀ ਹੋ ਜਾਏਗਾ, ਓਨੀ ਉਹਦੀ ਭੱਜ ਦੌੜ ਵੱਡੀ ਹੋ ਜਾਏਗੀ। ਜਿੰਨਾ ਵੱਡਾ ਰੱਬ ਦਾ ਭਗਤ ਹੋ ਜਾਏਗਾ, ਓਡੀ ਵੱਡੀ ਉਹਦੀ ਸਮਾਧੀ ਹੋ ਜਾਏਗੀ। ਉਹ ਫਿਰ ਕੀ ਕਹਿੰਦਾ? ਕਹਿੰਦਾ ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਕਹਿੰਦਾ ਉੱਥੇ ਤੇ ਮੈਂ ਤਾਂ ਜਾਵਾਂ ਜੀ ਇੱਥੇ ਕੁਝ ਨਾ ਹੋਵੇ। ਤਾਂ ਜਦੋਂ ਸਭ ਕੁਛ ਘਰ ਮੈਂ, ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਜਦੋਂ ਸਭ ਕੁਝ ਘਰ ਵਿੱਚ, ਮੈਂ ਬਾਹਰ ਕੀ ਲੈਣ ਜਾਣਾ ਹੈ ਭਾਈ? ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਂਦਾ। ਇਹ ਭਗਤੀ ਰੱਬ ਆਪ ਕਰਾਉਂਦਾ ਹੈ। ਇਸ ਤੋਂ ਪਹਿਲਾਂ ਬਹੁਤ ਕੁਝ ਹੋਏਗਾ। ਗੁਰੂ ਮਿਲੇਗਾ, ਗਿਆਨ ਆਏਗਾ, ਉਸ ਪਰਮਾਤਮਾ ਦੀ ਸ਼ਕਤੀ ਦ੍ਰਿਸ਼ਟਮਾਨ ਹੋਏਗੀ, ਤਾਂ ਜਾ ਕੇ ਜੀਵਨ ਟਿਕਾਓ ਵਿੱਚ ਆਏਗਾ। ਸਤਿਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ। ਅੱਜ ਦੁਨੀਆ ਦੁਖੀ ਕਿਉਂ ਹੈ? ਸਤਿਗੁਰੂ ਤੋਂ ਵਿਛੜ ਗਈ। ਆਪਾਂ ਜਿਹੜੇ ਗੁਰਦੁਆਰੇ ਆਉਂਦੇ ਆ, ਕੋਈ ਵਿਅਕਤੀ ਦੱਸ ਦੇ ਕਿ ਮੈਂ ਗੁਰਦੁਆਰੇ ਗਿਆਨ ਲੈਣ ਜਾਣਾ। ਗਿਆਨ ਤੇ ਘਰੋਂ ਲੈ ਕੇ ਆਉਂਦੇ ਆ। ਅੱਗੇ ਇੱਕ ਵਕਤ ਹੁੰਦਾ ਸੀ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਕਦੇ ਕੋਈ ਧਰਮੀ ਵਿਅਕਤੀ ਮਿਲਣਾ, ਕੋਈ ਬਾਬਾ ਜੀ, ਕੋਈ ਮਹਾਪੁਰਖ ਮਿਲਣੇ, ਤਾਂ ਆਪਾਂ ਕਹਿੰਦੇ ਸੀ ਬਾਬਾ ਜੀ ਕੋਈ ਉਪਦੇਸ਼ ਦਿਓ। ਅੱਜ ਪਤਾ ਹਾਲਾਤ ਕੀ ਨੇ? ਗਿਆਨੀ ਜੀ ਇੱਕ ਸਲਾਹ ਦੇਣੀ ਸੀ, ਉਹ ਘਰੋਂ ਹੀ ਟੋਕਰੀ ਚੁੱਕ ਕੇ ਲੈ ਕੇ ਆਈ ਜਾਂਦਾ ਹੈ। ਜੀ ਇਸ ਤੋਂ ਅੱਗੇ ਕੋਈ ਤੁਰੇ, ਗਿਆਨੀ ਜੀ 2 ਮਿੰਟ ਟਾਈਮ ਚਾਹੀਦਾ। ਪੁੱਛੋ, ਦੱਸੋ ਜੀ, ਤੁਹਾਡੇ ਨਾਲ ਵਿਚਾਰ ਕਰਨੀ ਸੀ। ਉਹਦਾ ਮਤਲਬ ਸੀ ਮੈਂ ਗਿਆਨ ਲੈ ਕੇ ਆਇਆ ਤੇ ਤੁਹਾਡੇ ਨਾਲ ਸਿੰਘ ਫਸਾਉਣੇ ਨੇ। ਹੈਗਾ ਟਾਈਮ? ਤੁਸੀਂ ਖੁਦ ਮੇਰੇ ਨਾਲ ਸਹਿਮਤ ਹੋਵੋਗੇ, ਤੁਹਾਡੇ ਘਰ ਵੀ ਕਦੇ ਕੋਈ ਧਰਮੀ ਵਿਅਕਤੀ ਆਉਂਦਾ ਸੀ, ਤੁਹਾਡੇ ਮਦਰ, ਤੁਹਾਡੇ ਮਾਤਾ ਜੀ, ਤੁਹਾਡੇ ਪਿਤਾ ਜੀ ਕੀ ਕਹਿੰਦੇ ਸੀ? ਸਾਰੇ ਬੈਠੋ ਭਾਈ ਪੁੱਤਰ, ਬਾਬਾ ਜੀ ਕੋ ਸਾਖੀ ਸੁਣਦੇ ਆ। ਹੁਣ ਤੇ ਕੈਨੇਡਾ ਅਮਰੀਕਾ ਤੋਂ ਵੀ ਫੋਨ ਆਵੇ ਤੇ ਗਿਆਨੀ ਜੀ 2 ਮਿੰਟ ਵਕਤ ਹੈਗਾ? ਹਾਂਜੀ ਹੈਗਾ ਜੀ। ਤੁਹਾਨੂੰ ਇੱਕ ਨਾ ਐਡਵਾਈਜ਼ ਦੇਣੀ ਸੀ।
ਉਹ ਉੱਥੇ ਐਡਵਾਈਜ਼ਾਂ ਇਕੱਠੀਆਂ ਕਰਕੇ ਬੈਠੇ ਹੋਏ ਨੇ ਬਾਹਰ। ਕੋਈ ਵਿਅਕਤੀ ਤੁਸੀਂ ਸਾਬਤ ਕਰ ਦਿਓ ਵੀ ਕਹੇ ਕਿ ਮੈਂ ਹਰਮੰਦਰ ਸਾਹਿਬ ਕੋਈ ਗਿਆਨ ਲੈਣ ਚੱਲਿਆ। ਮੱਥਾ ਟੇਕਣ ਜਾਏਗਾ ਤੇ ਬਾਹਰ ਇੱਕ ਸੁਜੈਸ਼ਨ ਰਜਿਸਟਰ ਰੱਖਿਆ ਉਹਨਾਂ ਨੇ, 5-7 ਸਲਾਹਾਂ ਲਿਖ ਆਏਗਾ, ਇੱਥੇ ਭੀੜ ਬੜੀ ਹੈ ਜੀ, ਰਸਤਾ ਐਂ ਦੀ ਹੋਣਾ ਚਾਹੀਦਾ ਜੀ, ਆ ਇੰਜ ਹੋਣਾ ਚਾਹੀਦਾ ਜੀ, ਆ ਉਂਝ ਹੋਣਾ ਚਾਹੀਦਾ ਜੀ। ਸਤਿਗੁਰੂ ਤੋਂ ਵਿਛੜਨ ਕਰਕੇ ਆਪਾਂ ਦੁਖੀ ਆ। ਸਤਿਗੁਰੂ ਦੀ ਤਲਾਸ਼ ਵਿੱਚ ਤੁਰੋ, ਸਤਿਗੁਰੂ ਨੂੰ ਪੁੱਛੋ। ਜਦੋਂ ਗੁਰਦੁਆਰੇ ਆਉਂਦੇ ਹੋ ਗੁਰੂ ਕੋਲ ਬਹਿ ਕੇ ਪੁੱਛਣ ਦੀ ਕੋਸ਼ਿਸ਼ ਕਰੋ ਕਿ ਸਤਿਗੁਰੂ ਹੁਣ ਮੇਰੀ ਇਸ ਸਮੱਸਿਆ ਦਾ ਕੀ ਸਮਾਧਾਨ ਹੈ। ਮੇਰੇ ਘਰ ਵਿੱਚ ਸਭ ਕੁਝ ਹੈ, ਮੇਰੇ ਕੋਲ ਪੁੱਤਰ ਨੇ, ਕੋਠੀਆਂ ਨੇ, ਕਾਰਾਂ ਨੇ, ਕਾਰੋਬਾਰ ਨੇ, ਇੱਜ਼ਤ ਮਾਣ ਸਭ ਕੁਝ ਹੈ, ਪਰ ਮੈਂ ਦੁਖੀ ਕਿਉਂ ਆ। ਸਤਿਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ। ਜਿਹੜੇ ਗੁਰੂ ਤੋਂ ਵਿਛੜ ਗਏ ਸਤਿਗੁਰੂ ਕਹਿੰਦੇ ਉਹ ਦੁਖੀ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੇਂ ਰੋਜ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਇਹ ਧੁਰ ਦੇ ਸੰਜੋਗ ਸਾਨੇ ਕਿ ਪਰਮੇਸ਼ਰ ਤੋਂ ਭੁੱਲਣਾ ਹੈ ਤੇ ਅਸੀਂ ਦੁੱਖ ਭੋਗਣੇ ਨੇ। ਸਤਿਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ, ਅਨ ਦਿਨ ਮਾਰੀਐ ਦੁੱਖ ਸਬਾਇਆ। ਦਿਨ ਰਾਤ ਐਸਾ ਵਿਅਕਤੀ ਗੁਰੂ ਤੋਂ ਟੁੱਟਿਆ ਦੁੱਖਾਂ ਦੀ ਮਾਰ ਸਹਾਰਦਾ ਹੈ। ਹੁਣ ਨਾਨਕ ਦੁਖੀਆ ਸਭ ਸੰਸਾਰ, ਇਹ ਸਾਡੇ ਸਾਰਿਆਂ ਤੇ ਕਿਵੇਂ ਲਾਗੂ ਹੋ ਗਿਆ ਜੀ। ਗਰੀਬ ਤੇ ਹੋਵੇ ਸਮਝ ਆਉਂਦੀ, ਅਮੀਰ ਤੇ ਵੀ ਹੋ ਗਿਆ। ਅਨਪੜ੍ਹ ਤੇ ਲਾਗੂ ਹੋਵੇ ਸਮਝ ਆਉਂਦੀ ਹੈ, ਇਹ ਤਾਂ ਪੜ੍ਹੇ ਲਿਖੇ ਤੇ ਵੀ ਹੋ ਗਿਆ। ਸਧਾਰਨ ਬੰਦੇ ਤੇ ਲਾਗੂ ਹੋਵੇ ਤੇ ਸਮਝ ਆਉਂਦੀ ਹੈ, ਇਹ ਤਾਂ ਵੱਡੇ ਵੱਡੇ ਮਿਨਿਸਟਰਾਂ ਤੇ ਅਹੁਦੇਦਾਰਾਂ ਤੇ ਵੀ ਹੋ ਗਿਆ ਭਾਈ। ਅਸਲ ਗੱਲ ਇਹ ਹੈ ਕਿ ਅਨ ਦਿਨ ਮਾਰੀਏ ਦੁੱਖ ਸਬਾਇਆ, ਮੱਥੇ ਕਾਲੇ ਮਹਿਲ ਨਾ ਪਾਵੇਂ, ਦੁੱਖ ਹੀ ਵਿੱਚ ਦੁੱਖ ਪਾਏਂਦਾ। ਅਸੀਂ ਗੁਰੂ ਤੋਂ ਟੁੱਟ ਕੇ ਐਸੇ ਕਰਮ ਕਰ ਲਏ ਕਿ ਆਪਣੇ ਮੱਥੇ ਵੀ ਸਾਡੇ ਕਾਲੇ ਹੋ ਗਏ। ਮੱਥਾ ਚਮਕਦਾ ਨਹੀਂ ਹੈ, ਮੱਥੇ ਤੇ ਦਮਕ ਨਹੀਂ ਹੈ। ਅਸੀਂ ਚਮਕਦੇ ਮੱਥੇ ਨਾਲ ਰੱਬ ਦੀ ਦਰਗਾਹ ਤੱਕ ਨਹੀਂ ਜਾ ਸਕਦੇ। ਐਸੇ ਕਰਮ ਸਾਡੇ ਕੋਲੋਂ ਹੋ ਗਏ ਗੁਰੂ ਤੋਂ ਟੁੱਟਣ ਤੋਂ ਬਾਅਦ ਕਿ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਸਾਡੀ ਬਤੀਤ ਹੋ ਗਈ। ਸਤਿਗੁਰ ਸੇਵੈ ਸੇਵਡ ਭਾਗੀ। ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ, ਸੇਵਾ ਕਰਦੇ ਨੇ, ਉਹ ਭਾਗਾਂ ਵਾਲੇ ਨੇ। ਸਹਿਜ ਭਾਏ ਸੱਚੀ ਲਿਵ ਲਾਗੀ। ਸਹਿਜ ਦੇ ਵਿੱਚ, ਪਿਆਰ ਦੇ ਵਿੱਚ ਉਹਨਾਂ ਦੀ ਲਿਵ ਪ੍ਰਭੂ ਦੇ ਨਾਲ ਜੁੜ ਜਾਂਦੀ ਹੈ। ਸੱਚੋ ਸੱਚ ਕਮਾਵੇਂ ਸਦ ਹੀ ਸੱਚੇ ਮੇਲ ਮਲਾਏਂਦਾ। ਉਹ ਸੱਚ ਨੂੰ ਕਮਾਉਂਦੇ ਨੇ, ਉਹ ਸੱਚੇ ਪ੍ਰਮਾਤਮਾ ਦੇ ਨਾਲ ਆਪਣਾ ਮਿਲਾਪ ਕਰਦੇ ਨੇ। ਜਿਸ ਨੂੰ ਸੱਚਾ ਦੇ ਸੋ ਪਾਏ। ਪਰ ਇਹ ਦਾਤ ਮਿਲੇਗੀ ਕਿਸ ਨੂੰ? ਜਿਹਨੂੰ ਫਿਰ ਵਾਹਿਗੁਰੂ ਆਪ ਦੇਵੇਗਾ। ਅੰਤਰ ਸਾਚ ਭਰਮ ਚੁਕਾਏ। ਜਦੋਂ ਅੰਦਰ ਸੱਚ ਹੋਵੇਗਾ ਇਹ ਬਾਹਰ ਦੇ ਭਰਮ ਖਤਮ ਹੋ ਜਾਣਗੇ। ਸੱਚ ਸੱਚੇ ਕਾ ਆਪੇ ਦਾਤਾ, ਜਿਸ ਦੇਵੇ ਸੋ ਸੱਚ ਪਾਏਂਦਾ। ਸੱਚ ਦਾ ਦਾਤਾ ਵੀ ਉਹ ਆਪ ਹੈ। ਜਿਹਨੂੰ ਉਹ ਬਖਸ਼ੇਗਾ ਉਹ ਸੱਚ ਦੇ ਮਾਰਗ ਤੇ ਤੁਰੇਗਾ, ਉਹ ਸੱਚ ਦੀ ਕਮਾਈ ਕਰੇਗਾ, ਉਹ ਸੱਚ ਬੋਲੇਗਾ, ਉਹ ਸੱਚ ਵਿੱਚ ਸਮਾਏਗਾ। ਇਹ ਸਾਰੀ ਬਖਸ਼ਿਸ਼ ਉਸ ਵਾਹਿਗੁਰੂ ਨੇ ਆਪ ਕਰਨੀ ਹੈ। ਕੌਣ ਦੱਸ ਰਿਹਾ ਹੈ? ਇਹ ਗੁਰੂ ਅਮਰਦਾਸ ਦੱਸ ਰਹੇ ਨੇ। ਇਹ ਗਿਆਨ ਮੇਰੇ ਤੋਂ ਜਾਂ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ। ਇਹ ਗਿਆਨ ਗੁਰੂ ਤੋਂ ਮਿਲਦਾ ਹੈ। ਆਪੇ ਕਰਤਾ ਸਭਨਾ ਕਾ ਸੋਈ। ਉਹ ਸਾਰਿਆਂ ਦਾ ਕਰਤਾ ਵਾਹਿਗੁਰੂ ਆਪ ਹੈ। ਜਿਸ ਨੂੰ ਆਪ ਬੁਝਾਏ ਬੂਝੇ ਕੋਈ। ਜਿਹਨੂੰ ਉਹ ਆਪ ਬੁਝਾਵੇਗਾ ਉਹ ਬੁਝ ਲਵੇਗਾ। ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਲਾਏਂਦਾ। ਉਹ ਆਪੇ ਬਖਸ਼ਦਾ ਹੈ, ਆਪੇ ਵਡਿਆਈਆਂ ਦਿੰਦਾ ਹੈ, ਆਪੇ ਆਪਣੇ ਆਪ ਦੇ ਨਾਲ ਉਹ ਪਰਮਾਤਮਾ ਮਿਲਾਉਂਦਾ ਹੈ। ਸਾਡੇ ਜੀਵਾਂ ਦੇ ਵੱਸ ਵਿੱਚ ਕੁਝ ਵੀ ਨਹੀਂ ਹੈ। ਸਾਡੇ ਤਾਂ ਨੱਕ ਵਿੱਚ ਨੱਥ ਹੈ, ਰੱਸੀ ਮਾਲਕ ਦੇ ਹੱਥ ਵਿੱਚ ਹੈ, ਕਿਰਤ ਦੇ ਧੱਕੇ ਨੇ, ਅਸੀਂ ਖਾਂਦੇ ਫਿਰਦੇ ਹਾਂ ਭਾਈ। ਨੱਕ ਨੱਥ ਖਸਮ ਹੱਥ,
किरत धक्के दे, जहां दाने तहां खाने, नानका सच है। ਉਹਦੀ ਮਰਜ਼ੀ ਮੁਤਾਬਕ ਸਾਰੀ ਜ਼ਿੰਦਗੀ ਚੋਗਾ ਚੁਣਿਆ ਤੇ ਫਿਰ ਕਹੀ ਜਾਂਦੇ ਜੀ ਮੈਂ ਤੇ ਇਹ ਕਰਾਂਗਾ ਜੀ, ਮੈਂ ਉਹ ਕਰਾਂਗਾ ਜੀ। ਇੱਕ ਵੀ ਕਰਮ ਬੰਦੇ ਦੇ ਆਪਣੇ ਵੱਸ ਵਿੱਚ ਨਹੀਂ ਹੈ। ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇਸ ਦੇ ਨਾਲ ਹੀ ਦਾਸ ਖਿਮਾ ਦਾ ਜਾਚਕ ਹੈ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।